ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਜੋ ਬਾਈਡਨ ਨੇ US ਬੰਦਕਾਂ, ਗਲਤ ਨਜ਼ਰਬੰਦਾਂ ਤੇ ਤੇਜ਼ ਤਰਾਰ ਕੋਸ਼ਿਸ਼ਾਂ ਵਿੱਚ ਪਾਬੰਦੀਆਂ ਲਗਾਈਆਂ। ਬੋਰਿਸ ਜੌਨਸਨ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੈਬਨਿਟ ਦੀ ਅੰਤਰਿਮ ਮੀਟਿੰਗ ਦੀ ਕੀਤੀ ਪ੍ਰਧਾਨਗੀ। ਰਿਸ਼ੀ ਸੁਨਕ ਚੌਥੇ ਰਾਊਂਡ ਵਿੱਚ ਟੌਪ ਤੇ। ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਬਚੇ 3 ਨੇਤਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਹੜ੍ਹ, ਸਰਕਾਰ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ। ਸੈਨ ਫਰਾਂਸਿਸਕੋ ਹਵਾਈ ਅੱਡੇ ਦੇ ਕਰਮਚਾਰੀ ਤੇ ਚਾਕੂ ਨਾਲ ਹਮਲਾ। ਹੁਣ ਖਬਰਾਂ ਦਾ ਵਿਸਥਾਰ। ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਉਹਨਾਂ ਸਰਕਾਰਾਂ ਵਿਰੁੱਧ ਪਾਬੰਦੀਆਂ ਦਾ ਰਾਹ ਖੋਲ੍ਹਿਆ ਜੋ ਅਮਰੀਕੀਆਂ ਨੂੰ ਬੇਇਨਸਾਫੀ ਨਾਲ ਕੈਦ ਕਰਦੀਆਂ ਹਨ ਅਤੇ ਉੱਚ ਪ੍ਰੋਫਾਈਲ ਨਜ਼ਰਬੰਦੀਆਂ ਦੀ ਲੜੀ ਤੋਂ ਬਾਅਦ ਵਧੇਰੇ ਵਿਸਤ੍ਰਿਤ ਯਾਤਰਾ ਚੇਤਾਵਨੀਆਂ ਦਾ ਆਦੇਸ਼ ਦਿੰਦੀਆਂ ਨੇ। ਬਾਈਡਨ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜੋ US ਸਰਕਾਰ ਲਈ ਸੰਦਾਂ ਦੇ ਸਮੂਹ ਦਾ ਵਿਸਤਾਰ ਕਰਨ ਦੇ ਰੂਪ ਵਿੱਚ ਬਿੱਲ ਕੀਤਾ ਗਿਆ ਸੀ, ਜਿਸ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਨਾਗਰਿਕਾਂ ਨੂੰ ਆਜ਼ਾਦ ਕਰਨ ਲਈ ਇੱਕ ਨਿਰਭਰ ਕੋਸ਼ਿਸ਼ ਸੀ। ਬਲਿੰਕਨ ਨੇ ਇੱਕ ਬਿਆਨ ਵਿੱਚ ਕਿਹਾ, ਜਦੋਂ ਅਮਰੀਕੀਆਂ ਨੂੰ ਵਿਦੇਸ਼ਾਂ ਵਿੱਚ ਬੰਦੀ ਬਣਾ ਲਿਆ ਜਾਂਦਾ ਹੈ ਤਾਂ ਸਾਨੂੰ ਉਹਨਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਆਪਣੀ ਸ਼ਕਤੀ ਵਿੱਚ ਸਭ ਕੁਝ ਕਰਨਾ ਚਾਹੀਦਾ ਹੈ। ਇਹ ਕਦਮ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਦੀ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਰੂਸ ਵਿੱਚ ਨਜ਼ਰਬੰਦੀ ਦੀ ਵਿਆਪਕ ਮੀਡੀਆ ਕਵਰੇਜ ਤੋਂ ਬਾਅਦ ਆਈ ਸੀ, ਜਿਸ ਦੀ ਪਤਨੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਬਾਈਡਨ ਕਾਫੀ ਨਹੀਂ ਕਰ ਰਹੇ ਸਨ। ਕਾਰਜਕਾਰੀ ਆਦੇਸ਼ ਸਰਕਾਰੀ ਏਜੰਸੀਆਂ ਨੂੰ ਵਿਦੇਸ਼ੀ ਅਧਿਕਾਰੀਆਂ ਜਾਂ ਗੈਰ ਰਾਜੀ ਅਧਿਕਾਰਾਂ ਤੇ ਵਿੱਤੀ ਪਾਬੰਦੀਆਂ ਜਾਂ ਯਾਤਰਾ ਪਾਬੰਦੀਆਂ ਲਗਾਉਣ ਲਈ ਅਧਿਕਾਰਿਤ ਕਰਦਾ ਹੈ ਜੋ ਅਮਰੀਕੀਆਂ ਦੀ ਬੇਇਨਸਾਫੀ ਵਿੱਚ ਨਜ਼ਰਬੰਦੀ ਵਿੱਚ ਸ਼ਾਮਿਲ ਹਨ। ਇੱਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਪੱਤਰਕਾਰਾਂ ਨੂੰ ਦੱਸਿਆ, ਪ੍ਰਤੀਬੰਧਾਂ ਦੀ ਵਰਤੋਂ ਕਰਨਾ ਹਮੇਸ਼ਾ ਕਿਸੇ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਨਹੀਂ ਕਰ ਸਕਦਾ। ਇਸ ਲਈ ਅਸੀਂ ਇਸ ਅਧਿਕਾਰ ਦੀ ਵਰਤੋਂ ਵਿੱਚ ਨਿਆਂਪੂਰਨ ਅਤੇ ਰਣਨੀਤਕ ਰਹਾਂਗੇ। ਸਭ ਤੋਂ ਵਧੀਆ ਅਤੇ ਅਸੀਂ ਉਹਨਾਂ ਤੋਂ ਸੁਣਨ, ਉਹਨਾਂ ਦੇ ਚੰਗੇ ਵਿਚਾਰ ਸੁਣਨ ਅਤੇ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਸੁਣਨ ਦਾ ਇਰਾਦਾ ਰੱਖਦੇ ਹਾਂ, ਉਸਨੇ ਕਿਹਾ। ਵਿਦੇਸ਼ ਵਿਭਾਗ ਅਮਰੀਕੀਆਂ ਲਈ ਆਪਣੀਆਂ ਯਾਤਰਾ ਸਲਾਹਕਾਰਾਂ ਵਿੱਚ ਇਹ ਵੀ ਉਜਾਗਰ ਕਰਨਾ ਸ਼ੁਰੂ ਕਰ ਦੇਵੇਗਾ ਕਿ ਕਿਹੜੇ ਦੇਸ਼ਾਂ ਵਿੱਚ ਬੇਇਨਸਾਫੀ ਨਜ਼ਰਬੰਦੀ ਦਾ ਉੱਚਾ ਜੋਖਮ ਹੈ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਨਜ਼ਰਬੰਦੀ ਦੇ ਜੋਖਮ ਲਈ ਡੀ ਚਿੰਨ੍ਹ ਵਾਲੇ ਦੇਸ਼ਾਂ ਦੇ ਸ਼ੁਰੂਆਤੀ ਸਮੂਹ ਵਿੱਚ ਚੀਨ, ਈਰਾਨ, ਮਿਆਂਮਾਰ, ਉੱਤਰੀ ਕੋਰੀਆ, ਰੂਸ ਅਤੇ ਵੈਨਜ਼ੂਏਲਾ ਹੋਣਗੇ। ਲਗਾਤਾਰ ਪ੍ਰਸ਼ਾਸਨ ਨੇ ਕੈਦੀਆਂ ਅਤੇ ਬੰਦਕਾਂ ਦੀ ਦੁਰਦਸ਼ਾ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ। ਯੂਕਰੇਨ ਯੁੱਧ ਨੂੰ ਲੈ ਕੇ ਵੱਧਦੇ ਤਣਾਅ ਦੇ ਬਾਵਜੂਦ ਬਾਈਡਨ ਪ੍ਰਸ਼ਾਸਨ ਨੇ ਅਪ੍ਰੈਲ ਵਿੱਚ ਰੂਸ ਨਾਲ ਟ੍ਰੇਵਰ ਰੀਡ ਨੂੰ ਅਦਲਾ ਬਦਲੀ ਕਰਨ ਦਾ ਪ੍ਰਬੰਧ ਕੀਤਾ। ਇੱਕ ਸਾਬਕਾ ਮਰੀਨ ਜੋ ਕਿ ਨਸ਼ੇ ਦੀ ਤਸਕਰੀ ਦੇ ਦੋਸ਼ੀ ਇੱਕ ਰੂਸੀ ਪਾਇਲਟ ਲਈ ਕਥਿਤ ਤੌਰ ਤੇ ਪੁਲਿਸ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸੀ। ਈਰਾਨ ਵਿੱਚ ਬਾਈਡਨ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜੇਲ੍ਹ ਵਿੱਚ ਬੰਦ ਅਮਰੀਕੀਆਂ ਦੀ ਰਿਹਾਈ ਤੋਂ ਬਿਨਾਂ ਇੱਕ ਲਟਕ ਰਹੇ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਨਹੀਂ ਕਰ ਸਕਦੇ। ਉਹਨਾਂ ਵਿੱਚੋਂ ਇੱਕ ਸਿਆਮਕ ਨਮਾਜ਼ੀ, ਇੱਕ ਕਾਰੋਬਾਰੀ ਜਿਸ ਨੂੰ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਉਸਨੇ ਕਲਰਕ ਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰਨ ਤੋਂ ਇਨਕਾਰ ਕੀਤਾ। ਹਾਲ ਹੀ ਵਿੱਚ ਜੇਲ੍ਹ ਤੋਂ ਬੋਲਿਆ ਅਤੇ ਬਾਈਡਨ ਨੂੰ ਪਰਮਾਣੂ ਕੂਟਨੀਤੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਆਜ਼ਾਦੀ ਸੁਰੱਖਿਅਤ ਕਰਨ ਦੀ ਅਪੀਲ ਕੀਤੀ। ਘੱਟੋ ਘੱਟ 11 ਅਮਰੀਕੀਆਂ ਨੂੰ ਵੈਨਜ਼ੂਏਲਾ ਵਿੱਚ ਹਿਰਾਸਤ ਵਿੱਚ ਰੱਖਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ 2 ਹੋਰਾਂ ਨੂੰ ਵਾਸ਼ਿੰਗਟਨ ਦੁਆਰਾ ਗੈਰ ਕਾਨੂੰਨੀ ਸਮਝੇ ਜਾਣ ਵਾਲੇ ਖੱਬੇ ਪੱਖੀ ਨੇਤਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨਾਲ ਦੁਰਲੱਭ ਅਮਰੀਕੀ ਸੰਪਰਕ ਤੋਂ ਬਾਅਦ ਮਾਰਚ ਵਿੱਚ ਰਿਹਾ ਕੀਤਾ ਗਿਆ ਸੀ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੰਗਲਵਾਰ ਨੂੰ ਆਪਣੀ ਅੰਤਰਿਮ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਨਵੇਂ ਨੇਤਾ ਦੀ ਚੋਣ ਲਈ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਚੌਥੇ ਦੌਰ ਲਈ ਗੁਪਤ ਵੋਟਿੰਗ ਲਈ ਕੀਤੇ ਜਾਣ ਤੋਂ ਪਹਿਲਾਂ ਹੋਈ। ਜੌਨਸਨ ਨੇ ਦੇਸ਼ ਵਿੱਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿੱਚ ਆਪਣੀ ਸਰਕਾਰ ਦੇ ਰਿਕਾਰਡ ਅਤੇ ਵਚਨਬੱਧਤਾ ਦਾ ਬਚਾਅ ਕੀਤਾ। ਉਹਨਾਂ ਨੇ ਡਾਊਨਿੰਗ ਸਟਰੀਟ ਵਿੱਚ ਆਪਣੇ ਮੰਤਰੀਆਂ ਨੂੰ ਕਿਹਾ ਕਿ ਕੌਣ ਸ਼ੱਕ ਕਰ ਸਕਦਾ ਕਿ ਅਸੀਂ ਨੈਟ ਜ਼ੀਰੋ ਦੇ ਮਾਰਗ ਵੱਲ ਵਧਣ ਵਾਲੀ ਪਹਿਲੀ ਵੱਡੀ ਅਰਥ ਵਿਵਸਥਾ ਬਣਨ ਨੂੰ ਲੈ ਕੇ ਇੱਕਦਮ ਸਹੀ ਹਾਂ। ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਬਦਲ ਕੇ ਇੱਕ ਨਵੇਂ ਚੁਣੇ ਗਏ ਨੇਤਾ ਦੇ 5 ਸਤੰਬਰ ਨੂੰ ਹੋਣ ਵਾਲੇ ਐਲਾਨ ਤੋਂ ਪਹਿਲਾਂ ਬ੍ਰਿਟੇਨ ਦੀ ਸੰਸਦ ਦੀਆਂ ਵੀਰਵਾਰ ਤੋਂ ਸਾਲਾਨਾ ਗਰਮੀਆਂ ਦੀਆਂ ਛੁੱਟੀਆਂ ਨਿਰਧਾਰਿਤ ਹਨ। ਸੰਸਦ ਦਾ ਅਗਲਾ ਸੈਸ਼ਨ ਨਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੋਵੇਗਾ। ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਇੱਕ ਕਦਮ ਹੋਰ ਨੇੜੇ ਆ ਗਏ ਨੇ।
ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਲਈ ਚੌਥੇ ਗੇੜ ਦੀ VOTING ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਚੌਥੇ ਗੇੜ ਦੀ VOTING ਵਿੱਚ ਰਿਸ਼ੀ ਸੁਨਕ ਨੇ 118 ਵੋਟਾਂ ਮਿਲੀਆਂ, ਜਦਕਿ ਪੈਨੀ ਮੌਰਡੈਂਟ 92 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ। ਵਿਦੇਸ਼ ਮੰਤਰੀ ਲਿਜ਼ ਟਰਸ 86 ਵੋਟਾਂ ਨਾਲ ਤੀਜੇ ਨੰਬਰ ਤੇ ਰਹੀ। ਸਾਬਕਾ ਕੈਬਨਿਟ ਮੰਤਰੀ ਕੇਮੀ ਬੈਡਨੋਚ 59 ਵੋਟਾਂ ਹਾਸਲ ਕਰਕੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਏ ਹਨ, ਜਿਸ ਤੋਂ ਬਾਅਦ ਰਿਸ਼ੀ ਸੁਨਕ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਿਰਫ 3 ਆਗੂ ਹੀ ਰਹਿ ਗਏ ਹਨ। ਰਿਸ਼ੀ ਸੁਨਕ ਦਾ ਸਾਹਮਣਾ ਅਗਲੇ ਦੌਰ ਵਿੱਚ ਪੈਨੀ ਮੌਰਡੈਂਟ ਅਤੇ ਲਿਜ਼ ਟਰਸ ਨਾਲ ਹੋਵੇਗਾ। ਪਿਛਲੇ ਹਫ਼ਤੇ ਟੋਰੀ ਨੇਤਾ ਦੇ ਅਹੁਦੇ ਲਈ VOTING ਸ਼ੁਰੂ ਹੋਣ ਤੋਂ ਬਾਅਦ ਰਿਸ਼ੀ ਸੁਨਕ ਲਗਾਤਾਰ ਸੂਚੀ ਵਿੱਚ ਸਿਖਰ ਤੇ ਸਨ। ਉਹਨਾਂ ਨੂੰ ਤੀਜੇ ਗੇੜ ਵਿੱਚ 115 ਵੋਟਾਂ ਮਿਲੀਆਂ। ਉਸ ਦੌਰਾਨ ਵਿੱਚ ਉਹਨਾਂ ਦੀ ਵਿਰੋਧੀ ਵਪਾਰ ਮੰਤਰੀ ਪੈਨੀ ਮੌਰਡੈਂਟ 82 ਵੋਟਾਂ ਨਾਲ ਦੂਜੇ ਸਥਾਨ ਤੇ ਸੀ, ਜਦੋਂ ਕਿ ਵਿਦੇਸ਼ ਮੰਤਰੀ ਲਿਜ਼ ਟਰਸ ਨੂੰ 71 ਵੋਟਾਂ ਮਿਲੀਆਂ। ਸਾਬਕਾ ਸਮਾਨਤਾ ਮੰਤਰੀ ਕੈਮੀ ਬੈਡਨੋਚ 58 ਵੋਟਾਂ ਨਾਲ ਚੌਥੇ ਨੰਬਰ ਤੇ ਰਹੇ। ਸੁਨਕ ਨੂੰ ਦੂਜੇ ਗੇੜ ਵਿੱਚ 101 ਵੋਟਾਂ ਮਿਲੀਆਂ। ਉਹਨਾਂ ਨੂੰ VOTING ਦੇ ਤਾਜ਼ਾ ਦੌਰ ਵਿੱਚ 14 ਹੋਰ ਵੋਟਾਂ ਮਿਲੀਆਂ, ਜਦੋਂ ਕਿ ਮੌਰਡੈਂਟ ਨੇ ਪਿਛਲੇ ਹਫ਼ਤੇ ਦੂਜੇ VOTING ਗੇੜ ਵਿੱਚ ਜਿੱਤੇ 83 ਨਾਲੋਂ 1 ਵੋਟ ਘੱਟ ਪ੍ਰਾਪਤ ਕੀਤਾ। ਟਰਸ ਨੇ ਆਪਣੇ ਅੰਕੜੇ ਵਿੱਚ ਸੁਧਾਰ ਕੀਤਾ ਅਤੇ 64 ਵੋਟਾਂ ਨਾਲ 71 ਹੋ ਗਿਆ। ਦੂਜੇ ਪਾਸੇ ਬੈਡਨੋਚ ਫਾਈਨਲ ਗੇੜ ਵਿੱਚ 49 ਤੱਕ ਅੱਗੇ ਵਧੇ ਅਤੇ 58 ਵੋਟਾਂ ਤੋਂ ਆ ਗਏ। ਪ੍ਰਧਾਨ ਮੰਤਰੀ ਅਹੁਦੇ ਲਈ ਜਾਦੂਈ ਅੰਕੜਾ 120 ਹੈ। ਉਮੀਦਵਾਰ ਨੂੰ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਘੱਟੋ-ਘੱਟ 120 ਸਹਿਯੋਗੀਆਂ ਦੇ ਸਮਰਥਨ ਨਾਲ ਟੋਰੀ ਮੈਂਬਰਸ਼ਿਪ ਵੋਟ ਲਈ ਪਹਿਲਾ ਮੁਕਾਬਲਾ ਕਰਨ ਵਾਲੇ 2 ਉਮੀਦਵਾਰਾਂ ਦੀ ਅੰਤਿਮ ਸੂਚੀ ਬਣਾਉਣੀ ਹੋਵੇਗੀ। ਇਸ ਹਫ਼ਤੇ ਆਖਰੀ ਕੁਝ ਗੇੜਾਂ ਦੀ VOTING ਹੋ ਰਹੀ ਹੈ। ਰਿਸ਼ੀ ਸੁਨਕ ਇਨਫੋਸਿਸ ਦੇ ਸਾਬਕਾ ਚੇਅਰਮੈਨ ਨਾਰਾਇਣ ਮੂਰਤੀ ਦੇ ਜਵਾਈ ਹਨ। ਉਹ ਰਿਚਮੰਡ ਯਾਰਕਸ਼ਾਇਰ ਤੋਂ MP 2015 ਵਿੱਚ ਸੰਸਦ ਵਿੱਚ ਕਦਮ ਰੱਖਣ ਵਾਲੇ ਰਿਸ਼ੀ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੇਤਾਵਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਬੋਰਿਸ ਜੌਨਸਨ ਦੇ ਯੂਰਪੀ ਸੰਘ ਤੋਂ ਬ੍ਰਿਟੇਨ ਨੂੰ ਛੱਡਣ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਉਹਨਾਂ ਦਾ ਮੰਨਣਾ ਸੀ ਕਿ ਬ੍ਰੈਗਜ਼ਿਟ ਤੋਂ ਬਾਹਰ ਨਿਕਲਣ ਤੋਂ ਬਾਅਦ ਬ੍ਰਿਟੇਨ ਵਿੱਚ ਛੋਟੇ ਕਾਰੋਬਾਰ ਬਿਹਤਰ ਪ੍ਰਦਰਸ਼ਨ ਕਰਨਗੇ। ਵਿੱਤ ਮੰਤਰੀ ਬਣਨ ਤੋਂ ਪਹਿਲਾਂ ਸੁਨਕ ਖਜ਼ਾਨਾ ਵਿਭਾਗ ਦੇ ਮੁੱਖ ਸਕੱਤਰ ਅਤੇ ਵਿੱਤ ਮੰਤਰੀ ਦੇ ਸੈਕੰਡ ਇਨ ਕਮਾਂਡ ਰਹਿ ਚੁੱਕੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕੈਨੇਡੀਅਨ ਐਮਰਜੈਂਸੀ ਤਿਆਰ ਬਾਰੇ ਮੰਤਰੀ ਬਿਲ ਬਲੇਅਰ ਨੇ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫਾਨ ਤੋਂ ਬਚਾਅ ਦੇ ਯਤਨਾਂ ਵਿੱਚ ਸਹਾਇਤਾ ਲਈ ਪੇਸ਼ਗੀ ਅਦਾਇਗੀਆਂ ਦਾ ਐਲਾਨ ਕੀਤਾ। ਬਲੇਅਰ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ 870 ਮਿਲੀਅਨ ਕੈਨੇਡੀਅਨ ਡਾਲਰ 700 ਮਿਲੀਅਨ US ਡਾਲਰ ਤੋਂ ਵੱਧ ਦੀ ਅਗਾਊਂ ਅਦਾਇਗੀ ਜੰਗਲੀ ਅੱਗ ਰਿਕਵਰੀ ਦੇ ਯਤਨਾਂ ਦੇ ਸਮਰਥਨ ਵਿੱਚ 207 ਮਿਲੀਅਨ ਕੈਨੇਡੀਅਨ ਡਾਲਰ 166 ਮਿਲੀਅਨ US ਡਾਲਰ ਤੋਂ ਇਲਾਵਾ ਹੈ, ਜੋ ਜੂਨ ਵਿੱਚ ਘੋਸ਼ਿਤ ਕੀਤੀ ਗਈ ਸੀ। ਸੂਬੇ ਵਿੱਚ ਵਿਨਾਸ਼ਕਾਰੀ ਹੜ੍ਹਾਂ ਅਤੇ ਜੰਗਲੀ ਅੱਗਾਂ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਲੋਕ ਜਲਵਾਯੂ ਪਰਿਵਰਤਨ ਕਾਰਨ ਅਤਿਅੰਤ ਮੌਸਮ ਦੇ ਪ੍ਰਭਾਵਾਂ ਵਿੱਚ ਜੀ ਰਹੇ ਹਨ, ਜਿਸ ਨਾਲ ਪਿਛਲੇ ਸਾਲ ਅੰਦਾਜ਼ਨ 9 ਬਿਲੀਅਨ ਕੈਨੇਡੀਅਨ ਡਾਲਰ 7.2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਨੁਕਸਾਨ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਫੈਡਰਲ ਮੰਤਰੀਆਂ ਦੀ ਕਮੇਟੀ ਦੀ ਅੰਤਮ ਮੀਟਿੰਗ ਦੀ ਸਮਾਪਤੀ ਕਰਦੇ ਹੋਏ ਬਲੇਅਰ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕੈਨੇਡਾ ਭਰ ਦੇ ਭਾਈਚਾਰਿਆਂ ਨੂੰ ਖਤਰੇ ਵਿੱਚ ਪਾ ਰਿਹਾ ਹੈ ਅਤੇ ਸਾਨੂੰ ਕੁਦਰਤੀ ਆਫਤਾਂ ਅਤੇ ਅਤਿਅੰਤ ਮੌਸਮੀ ਘਟਨਾਵਾਂ ਨੂੰ ਰੋਕਣ ਲਈ ਤਿਆਰੀ ਕਰਦੇ ਹੋਏ ਆਪਣੀਆਂ ਭਾਈਵਾਲੀ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ। ਡਿਜ਼ਾਸਟਰ ਰਿਸਪਾਂਸ ਐਂਡ ਕਲਾਈਮੇਟ ਰੈਜ਼ੀਲੈਂਸ ਜੋ ਪਿਛਲੇ ਸਾਲ ਨਵੰਬਰ ਵਿੱਚ ਸਥਾਪਿਤ ਕੀਤੀ ਗਈ ਸੀ, ਭੁਗਤਾਨਾਂ ਤੋਂ ਇਲਾਵਾ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਉਂਸਲ ਐਮਰਜੈਂਸੀ ਪ੍ਰਬੰਧਨ ਤੇ ਇੱਕ ਤਿਕੋਣੀ ਸਮਝੌਤਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਭਵਿੱਖ ਵਿੱਚ ਜਲਵਾਯੂ ਨਾਲ ਸੰਬੰਧਿਤ ਆਫਤਾਂ ਦਾ ਜਵਾਬ ਦੇਣ ਅਤੇ ਉਹਨਾਂ ਤੋਂ ਉਭਰਨ ਲਈ ਫਰਸਟ ਨੇਸ਼ਨਜ਼ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੰਗਲਵਾਰ ਨੂੰ ਇੱਕ ਕਰਮਚਾਰੀ ਨੂੰ ਚਾਕੂ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ। ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੈਨ ਫਰਾਂਸਿਸਕੋ ਦੇ ਦੱਖਣ ਵਿੱਚ ਹਵਾਈ ਅੱਡੇ ਤੇ ਇੱਕ ਮਹੀਨੇ ਵਿੱਚ ਇਹ ਤੀਜੀ ਸੁਰੱਖਿਆ ਘਟਨਾ ਸੀ। ਸੈਨ ਫਰਾਂਸਿਸਕੋ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਅਕਤੀ ਜਿਸ ਦੀ ਪਹਿਚਾਣ ਨਹੀਂ ਕੀਤੀ ਗਈ ਹੈ, ਉਸ ਦੇ ਟਰਮੀਨਲ 3 ਦੇ ਬੈਗੇਜ ਕਲੇਮ ਖੇਤਰ ਵਿੱਚ ਹਮਲਾ ਕੀਤਾ ਗਿਆ ਸੀ ਅਤੇ ਗੈਰ ਜਾਨਲੇਵਾ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਅਧਿਕਾਰੀਆਂ ਨੇ ਹਮਲੇ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਲੱਭਿਆ ਅਤੇ ਹਿਰਾਸਤ ਵਿੱਚ ਲਿਆ। ਪੁਲਿਸ ਨੇ ਕਿਹਾ ਕਿ ਕੋਈ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ। ਪੁਲਿਸ ਵਿਭਾਗ ਨੇ ਘਟਨਾ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ।
ਕਲੀਅਰ ਜੋ 에ਅਰਪੋਰਟ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਦਾ ਹੈ ਨੇ KGO TV ਨੂੰ ਪੁਸ਼ਟੀ ਕੀਤੀ ਕਿ ਪੀੜਿਤ ਇੱਕ ਕਰਮਚਾਰੀ ਸੀ ਜੋ ਇਸ ਦੇ ਦਸਤਾਵੇਜ਼ ਪਛਾਣ ਪ੍ਰਣਾਲੀ ਲਈ ਕੰਮ ਕਰ ਰਿਹਾ ਸੀ। ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕਾਤਲਾਂ ਦਾ ਪਤਾ ਲਗਾਉਣ ਲਈ ਪੁਲਿਸ ਦੇ ਹੱਥ ਅਜੇ 5ਵੇਂ ਦਿਨ ਵੀ ਖਾਲੀ ਹਨ। ਬੇਸ਼ੱਕ ਪੁਲਿਸ ਦੀ ਜਾਂਚ ਟੀਮ ਸਾਰੇ ਪਹਿਲੂਆਂ ਤੋਂ ਮਾਮਲੇ ਦੀਆਂ ਪਰਤਾਂ ਫਰੋਲ ਲਈ ਹੈ, ਪਰ ਕਾਤਲਾਂ ਜਾਂ ਕਤਲ ਦੇ ਕਾਰਨਾਂ ਬਾਰੇ ਉਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਿਆ। ਪੁਲਿਸ ਵੱਲੋਂ ਮੀਡੀਆ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ ਜਲਦੀ ਹੀ ਸਾਰੀ ਸੱਚਾਈ ਸਾਹਮਣੇ ਲੈ ਕੇ ਆਉਣਗੇ, ਪਰ ਦੇਰ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ। ਰਿਪੁਦਮਨ ਮਲਿਕ ਦੇ ਕਤਲ ਲਈ ਵਰਤੀ ਗਈ ਕਾਰ ਸਾੜੇ ਜਾਣ ਕਾਰਨ ਪੁਲਿਸ ਲਈ ਮੁਲਜ਼ਮਾਂ ਦੀ ਪੈੜ ਨੱਪਣੀ ਔਖੀ ਹੋ ਗਈ ਲੱਗਦੀ ਹੈ। ਜੰਕਸ਼ਨ ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ 73 ਦਿਨਾਂ ਤੱਕ ਅੜਿੱਕਾ ਬਣਿਆ ਰਿਹਾ, ਜਦੋਂ ਚੀਨ ਨੇ ਉਸ ਖੇਤਰ ਵਿੱਚ ਇੱਕ ਸੜਕ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੇ ਭੂਟਾਨ ਨੇ ਦਾਅਵਾ ਕੀਤਾ ਹੈ। ਮੈਕਸਕਰ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਪਿੰਡ ਵਿੱਚ ਹਰ ਘਰ ਦੇ ਦਰਵਾਜ਼ੇ ਤੇ ਇੱਕ ਕਾਰ ਖੜੀ ਨਜ਼ਰ ਆ ਰਹੀ ਹੈ। ਮੈਕਸਰ ਸਪੇਸ ਟੈਕਨੋਲੋਜੀ ਵਿੱਚ ਖੂਫੀਆ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਦਾ ਹੈ। ਨਵੀਆਂ ਤਸਵੀਰਾਂ ਦੇ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ओलंपिक कौंसिल ऑफ एशिया ने ऐलान किया है कि मुलतवी एशियाई खेडा अगले साल 23 सितंबर तो 8 अक्तूबर तक हंगाजू विच करवाईयां जाणगियां। खेडां दा 19वां सीजन असल विच इस साल 10 तो 25 सितंबर तक करवाया जाना सी, पर चीन विच कोविड-19 दे मामलिਆਂ विच वाधा होण तो बाद 6 मई ਨੂੰ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। विश्व कुश्ती चैंपीयनशिप अगले साल 16 ਤੋਂ 24 सितंबर तक रूस ਦੇ ਕ੍ਰਾਸਨੋਯਾਰਸਕ ਚ ਹੋਣ ਵਾਲੀ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤੀ ਪਹਿਲਵਾਨਾਂ ਨੂੰ ਬਿਨਾਂ ਰਿਕਵਰੀ ਸਮੇਂ ਦੇ ਸਿੱਧੇ ਰੂਸ ਤੋਂ ਚੀਨ ਜਾਣਾ ਹੋਵੇਗਾ। 5 ਸਾਲਾਂ ਦੀ ਇੱਕ ਸਰਕਾਰੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਲਵਾਯੂ ਪਰਿਵਰਤਨ, ਸਰੋਤ ਕੱਢਣ ਅਤੇ ਹੋਰ ਕਾਰਨਾਂ ਕਰਕੇ ਆਸਟ੍ਰੇਲੀਆ ਦਾ ਵਾਤਾਵਰਣ ਲਗਾਤਾਰ ਵਿਗੜ ਰਿਹਾ ਹੈ। ਇਸ ਰਿਪੋਰਟ ਮਗਰੋਂ ਨੇਤਾਵਾਂ ਨੇ ਮੰਗਲਵਾਰ ਨੂੰ ਨਵੇਂ ਕਾਨੂੰਨ ਬਣਾਉਣ ਅਤੇ ਉਹਨਾਂ ਨੂੰ ਲਾਗੂ ਕਰਨ ਦਾ ਵਾਅਦਾ ਵੀ ਕੀਤਾ। ਵਾਤਾਵਰਣ ਦੀ ਰਿਪੋਰਟ ਰਾਜ ਸਰਕਾਰ ਤੇ ਦਬਾਅ ਬਣਾਉਂਦੀ ਹੈ ਤਾਂ ਜੋ 21 ਮਈ ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰ ਸੰਸਦ ਦੇ ਅਗਲੇ ਹਫ਼ਤੇ ਮੁੜ ਸ਼ੁਰੂ ਹੋਣ ਤੇ ਗ੍ਰੀਨ ਹਾਊਸ ਗੈਸ ਘਟਾਉਣ ਦਾ ਵਧੇਰੇ ਉਤਸ਼ਾਹੀ ਟੀਚਾ ਨਿਰਧਾਰਿਤ ਕੀਤਾ ਜਾ ਸਕੇ। ਪਿਛਲੀ ਰੂੜੀਵਾਦੀ ਸਰਕਾਰ ਨੂੰ ਦਸੰਬਰ ਵਿੱਚ ਰਿਪੋਰਟ ਮਿਲੀ ਸੀ, ਪਰ ਚੋਣਾਂ ਤੋਂ ਪਹਿਲਾਂ ਇਸ ਨੂੰ ਜਨਤਕ ਕਰਨ ਦਾ ਫੈਸਲਾ ਨਹੀਂ ਕੀਤਾ ਗਿਆ ਸੀ। ਕੇਂਦਰ ਖੱਬੀ ਲੇਬਰ ਪਾਰਟੀ ਨੇ ਆਪਣੇ ਵਾਅਦਿਆਂ ਤੇ ਜਿੱਤ ਪ੍ਰਾਪਤ ਕੀਤੀ, ਜਿਸ ਵਿੱਚ ਜਲਵਾਯੂ ਤਬਦੀਲੀ ਤੇ ਵੱਡੀ ਕਾਰਵਾਈ ਕਰਨਾ ਸ਼ਾਮਿਲ ਹੈ। ਇਹ 26 ਜੁਲਾਈ ਨੂੰ ਸੰਸਦ ਦੇ ਸ਼ੁਰੂ ਹੋਣ ਤੇ ਕਾਨੂੰਨ ਵਿੱਚ ਦਰਜ ਦਹਾਕੇ ਦੇ ਅੰਤ ਤੱਕ 2005 ਤੋਂ ਘੱਟ 43% ਤੱਕ ਨਿਕਾਸੀ ਘਟਾਉਣ ਦਾ ਟੀਚਾ ਚਾਹੁੰਦਾ ਹੈ। ਕਈ ਗੈਰ ਸੰਗਠਿਤ ਕਾਨੂੰਨ ਸਾਜ਼ ਇੱਕ ਹੋਰ ਅਭਿਲਾਸ਼ੀ ਟੀਚਾ ਚਾਹੁੰਦੇ ਨੇ। ਵਾਤਾਵਰਣ ਮੰਤਰੀ ਤਾਨੀਆ ਪਲਿਪਸਰੇਕ ਨੇ ਕਿਹਾ ਕਿ ਰਿਪੋਰਟ ਨੇ ਬਹੁਤ ਮਜ਼ਬੂਤ ਸੰਦੇਸ਼ ਭੇਜਿਆ ਹੈ ਕਿ ਸਾਨੂੰ ਬਿਹਤਰ ਕਰਨ ਦੀ ਲੋੜ ਹੈ, ਪਰ ਉਸਨੇ ਡੂੰਘੇ ਨਿਕਾਸ ਵਿੱਚ ਕਟੌਤੀ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਪਲਿਪਸਰੇਕ ਨੇ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ ਕਿ 43% ਟੀਚੇ ਤੇ ਅਸੀਂ ਆਸਟ੍ਰੇਲੀਆਈ ਲੋਕਾਂ ਨਾਲ ਵਾਅਦਾ ਕੀਤਾ ਸੀ। ਅਸੀਂ ਆਸਟ੍ਰੇਲੀਅਨ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਉਹ ਅਗਲੇ ਸਾਲ ਸੰਸਦ ਵਿੱਚ ਨਵੇਂ ਵਾਤਾਵਰਣ ਸੁਰੱਖਿਆ ਕਾਨੂੰਨ ਪੇਸ਼ ਕਰੇਗੀ ਅਤੇ ਸਰਕਾਰ ਉਹਨਾਂ ਨੂੰ ਲਾਗੂ ਕਰਨ ਲਈ ਇੱਕ ਏਜੰਸੀ ਬਣਾਏਗੀ। ਆਸਟ੍ਰੇਲੀਆ ਨੇ ਗੰਦੇ ਪਾਣੀ ਤੋਂ ਬਾਇਓਮੀਥੇਨ ਦੇ ਗੀਗਾਜੂਲ ਬਣਾਉਣ ਦਾ ਆਪਣਾ ਪਹਿਲਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਨਵਿਆਉਣਯੋਗ ਬਾਇਓਮੀਥੇਨ 13,000 ਘਰਾਂ ਤੱਕ ਦੀਆਂ ਊਰਜਾ ਮੰਗਾਂ ਨੂੰ ਪੂਰਾ ਕਰੇਗਾ। ਨਿਊ ਸਾਊਥ ਵੇਲਜ਼ NSW ਰਾਜ ਦੀ ਸਰਕਾਰ ਨੇ ਮੰਗਲਵਾਰ ਨੂੰ ਟ੍ਰਾਇਲ ਦੀ ਘੋਸ਼ਣਾ ਕੀਤੀ, ਜੋ ਕਿ ਸਿਡਨੀ ਵਾਟਰ ਦੇ ਮਾਲਾਬਾਰ ਵੇਸਟ ਟਾਵਰ ਰਿਸੋਰਸ ਰਿਕਵਰੀ ਪਲਾਂਟ ਤੇ ਸ਼ੁਰੂ ਹੋ ਜਾਏਗਾ। ਇਹ ਸਿਡਨੀ ਸਾਈਡਰਾਂ ਨੂੰ ਭਰੋਸੇਯੋਗ ਅਤੇ ਸਾਫ਼ ਸੁਥਰੀ ਗੈਸ ਪ੍ਰਦਾਨ ਕਰੇਗਾ ਅਤੇ ਘਰਾਂ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਮਦਦ ਕਰੇਗਾ। NSW ਦੇ ਭੂਮੀ ਵਿੱਚ ਅਤੇ ਜਲ ਮੰਤਰੀ ਕੇਵਿਨ ਐਂਡਰਸਨ ਨੇ ਕਿਹਾ ਕਿ ਗੰਦੇ ਪਾਣੀ ਦੇ ਸਰੋਤ ਰਿਕਵਰੀ ਸਹੂਲਤ ਸਾਲ ਦੇ ਅੰਤ ਤੱਕ ਲਗਭਗ 6,300 ਘਰਾਂ ਨੂੰ ਗੈਸ ਸਪਲਾਈ ਕਰਨ ਲਈ ਗੰਦੇ ਪਾਣੀ ਵਿੱਚ ਜੈਵਿਕ ਪਦਾਰਥਾਂ ਤੋਂ ਲਗਭਗ 95,000 ਗੀਗਾਜੂਲ ਬਾਇਓਮੀਥੇਨ ਤਿਆਰ ਕਰੇਗੀ, ਜਿਸ ਵਿੱਚ 2030 ਤੱਕ ਉਤਪਾਦਨ ਨੂੰ ਦੁੱਗਣਾ ਕਰਨ ਦੀ ਸਮਰੱਥਾ ਹੋਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਇਹ 5 ਸਾਲਾਂ ਦਾ ਪਾਇਲਟ ਗੈਸ ਨੂੰ ਸਿੱਧੇ ਸਪਲਾਈ ਨੈਟਵਰਕ ਵਿੱਚ ਪਵੇਗਾ ਅਤੇ NSW ਭਰ ਦੇ ਉਦਯੋਗਾਂ ਨੂੰ ਉਹਨਾਂ ਦੇ ਸ਼ੁੱਧ ਜ਼ੀਰੋ ਨਿਕਾਸੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਰਹਿੰਦ ਖੂੰਹਦ ਨੂੰ ਇੱਕ ਨਵੇਂ ਸਾਫ਼ ਊਰਜਾ ਸਰੋਤ ਵਿੱਚ ਬਦਲਣ ਦੀ ਸਹੂਲਤ ਹੋਵੇਗੀ। ਸ਼੍ਰੀਲੰਕਾ ਦੇ ਵਿਰੋਧੀ ਧਿਰ ਦੇ ਨੇਤਾ ਸ਼ਾਦਿਤ
ਪ੍ਰੇਮਦਾਸ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਚਾਹੇ ਜਿਹੜਾ ਵੀ ਬਣੇ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਰਾਜਨੀਤਿਕ ਦਲਾਂ ਨੂੰ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਲਈ ਮਦਦ ਕਰਦੇ ਰਹਿਣਾ ਚਾਹੀਦਾ ਹੈ। ਪ੍ਰੇਮਦਾਸ ਦੀ ਅਪੀਲ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਇੱਕ ਸਰਵ ਪਾਰਟੀ ਮੀਟਿੰਗ ਵਿੱਚ ਇੱਕ ਦੱਸੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ ਕਿ ਸ਼੍ਰੀਲੰਕਾ 'ਚ ਬੁੱਧਵਾਰ ਨੂੰ ਬੇਦਖਲ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਉੱਤਰਾਧਿਕਾਰੀ ਨੂੰ ਚੁਣਨ ਲਈ ਭਾਰਤ ਸ਼੍ਰੀਲੰਕਾ ਸੰਕਟ ਨੂੰ ਲੈ ਕੇ ਚਿੰਤਿਤ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਗੇਂਦ ਸ਼੍ਰੀਲੰਕਾ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਪਾਲੇ ਵਿੱਚ ਹੈ ਅਤੇ ਉਹ ਆਪਸ ਵਿੱਚ ਚਰਚਾ ਕਰ ਰਹੇ ਨੇ। ਉਹਨਾਂ ਨੇ ਇੱਕ ਸਮਝੌਤੇ ਦੀ ਲੋੜ ਹੈ ਕਿ ਫਿਰ ਅਸੀਂ ਦੇਖਾਂਗੇ ਕਿ ਅਸੀਂ ਕੀ ਸਹਾਇਕ ਭੂਮਿਕਾ ਨਿਭਾ ਸਕਦੇ ਹਾਂ। ਰੂਸ ਦੇ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਤੜਕੇ ਦੱਖਣੀ ਯੂਕਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਦੇ ਆਲੇ ਦੁਆਲੇ ਦੇ ਪਿੰਡਾਂ ਤੇ ਮਿਜ਼ਾਈਲਾਂ ਦਾਗੀਆਂ, ਜਿਸ ਵਿੱਚ ਇਮਾਰਤਾਂ, ਇੱਕ ਸਕੂਲ ਤੇ ਇੱਕ ਕਮਿਊਨਿਟੀ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਦੇ ਅਨਾਜ ਦੇ ਨਿਰਯਾਤ ਨੂੰ ਖੋਲ੍ਹਣ ਲਈ ਸੰਯੁਕਤ ਰਾਸ਼ਟਰ ਸਮਰਥਿਤ ਪ੍ਰਸਤਾਵ ਤੇ ਚਰਚਾ ਕਰਨ ਲਈ ਈਰਾਨ ਵਿੱਚ ਹਨ। ਰੂਸੀ ਫੌਜ ਨੇ ਓਡੇਸਾ ਖੇਤਰ ਵਿੱਚ 7 ਕੈਲੀਬਰ ਕਰੂਜ਼ ਮਿਜ਼ਾਈਲਾਂ ਦਾਗੀਆਂ, ਜਿਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬਿਲੈਂਕੇ ਪਿੰਡ ਤੇ ਹਮਲੇ ਦਾ ਟੀਚਾ ਫੌਜੀ ਟਿਕਾਣਾ ਸੀ ਅਤੇ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵੱਲੋਂ ਸਪਲਾਈ ਕੀਤੇ ਗਏ ਹਥਿਆਰਾਂ ਦੇ ਡਿਪੋ ਨੂੰ ਤਬਾਹ ਕਰ ਦਿੱਤਾ ਗਿਆ ਹੈ। ਯੂਕਰੇਨ ਦੇ ਇੱਕ ਸਥਾਨਕ ਅਧਿਕਾਰੀ ਨੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਹਮਲੇ ਵਿੱਚ 6 ਲੋਕ ਜ਼ਖਮੀ ਹੋ ਗਏ ਹਨ। ਓਡੇਸਾ ਖੇਤਰੀ ਸਰਕਾਰ ਦੇ ਸਪੀਕਰ ਸਰਹੇਈ ਬਰਾਟਚੂਕ ਨੇ ਯੂਕਰੇਨ ਦੇ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਰਿਹਾਇਸ਼ੀ ਖੇਤਰ ਤੇ ਹਮਲੇ ਕੀਤੇ ਗਏ ਹਨ। ਉਹਨਾਂ ਦਾ ਟੀਚਾ ਲੋਕਾਂ ਅਤੇ ਪ੍ਰਸ਼ਾਸਨ ਨੂੰ ਡਰਾਉਣਾ ਹੈ ਅਤੇ ਹਮੇਸ਼ਾ ਤਣਾਅ ਬਣਾਈ ਰੱਖਣਾ ਹੈ। ਰੂਸ ਵੱਲੋਂ ਹਾਲ ਦੇ ਹਫ਼ਤਿਆਂ ਵਿੱਚ ਓਡੇਸਾ ਅਤੇ ਦੱਖਣੀ ਯੂਕਰੇਨ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ ਉਸ ਦੇ ਫੌਜੀਆਂ ਨੇ ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਕੰਟਰੋਲ ਬਣਾਇਆ ਸੀ। ਇਹਨਾਂ ਖੇਤਰਾਂ ਤੇ ਯੂਕਰੇਨ ਦੇ ਸੰਭਾਵਿਤ ਜਵਾਬੀ ਹਮਲਿਆਂ ਦੇ ਮੱਦੇਨਜ਼ਰ ਰੂਸ ਨੇ ਹਮਲੇ ਤੇਜ਼ ਕੀਤੇ ਹਨ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਰੂਸੀ ਫੌਜੀਆਂ ਦੀ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ ਹਨ। ਅਮਰੀਕਾ ਦੇ ਕੋਲੋਰਾਡੋ ਦੇ ਬੋਲਡਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। FAA ਦੀ ਇੱਕ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਜੰਗਲੀ ਖੇਤਰ ਵਿੱਚ ਅੱਗ ਲੱਗ ਗਈ, ਜਿਸ ਦੇ ਜਲਦ ਹੀ ਕਾਬੂ ਪਾ ਲਿਆ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। FAA ਦੇ ਬੁਲਾਰੇ ਸਟੀਵ ਕੋਲਮ ਨੇ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਹਾਦਸਾ ਐਤਵਾਰ ਸਵੇਰੇ 9:41 ਤੇ ਵਾਪਰਿਆ। ਬੋਲਡਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਬੁਲਾਰੇ ਕੈਰੀ ਹੈਵਰਡ ਫੀਲਡ ਨੇ ਕਿਹਾ ਕਿ 2 ਇੰਜਨ ਵਾਲੇ ਜਹਾਜ਼ T-337G ਵਿੱਚ 3 ਯਾਤਰੀ ਅਤੇ 1 ਪਾਇਲਟ ਸਵਾਰ ਸੀ। ਸਾਡੇ ਪੰਜਾਬੀ ਭਾਈਚਾਰੇ ਵਿੱਚ ਆਮ ਕਿਹਾ ਜਾਂਦਾ ਹੈ ਕਿ ਜਿਸ ਨੂੰ ਰੱਬ ਰੱਖਣ ਵਾਲਾ ਹੋਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ। ਅਜਿਹੀ ਹੀ ਘਟਨਾ ਅਮਰੀਕਾ ਵਿੱਚ ਵਾਪਰੀ ਹੈ, ਜਿੱਥੇ 2 ਸਾਲ ਪਹਿਲਾਂ ਇੱਕ ਬਹੁਤ ਹੀ ਭਿਆਨਕ ਹਮਲੇ ਵਿੱਚ ਬੇਹੋਸ਼ ਹੋਈ ਕਟੇਜ਼ਵਿਲੇ ਪੱਛਮੀ ਵਰਜੀਨੀਆ ਦੀ ਵਸਨੀਕ ਇੱਕ ਔਰਤ ਨੂੰ ਹੋਸ਼ ਆ ਗਿਆ ਤੇ ਉਸ ਦੇ ਸਗੇ ਸੰਬੰਧੀ ਉਦੋਂ ਸੁੰਨ ਹੋ ਗਏ ਜਦੋਂ ਉਸਨੇ ਆਪਣੇ ਉੱਪਰ ਹੋਏ ਹਮਲੇ ਦੇ ਦੋਸ਼ੀ ਵਜੋਂ ਆਪਣੇ ਭਰਾ ਡੈਨੀਅਲ ਪਾਲਮਰ ਦਾ ਨਾਂ ਲਿਆ। 51 ਸਾਲਾ ਵਾਂਡਾ ਪਾਲਮਰ ਨੇ ਹੋਸ਼ ਵਿੱਚ ਆਉਣ ਤੇ ਕਿਹਾ ਕਿ ਉਸ ਉੱਪਰ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਆਪਣਾ ਭਰਾ ਹੈ। ਇਹ ਖੁਲਾਸਾ ਜੈਕਸਨ ਕਾਉਂਟੀ ਪੁਲਿਸ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕੀਤਾ ਹੈ। ਪੁਲਿਸ ਅਨੁਸਾਰ ਜੂਨ 2020 ਵਿੱਚ ਵਾਂਡਾ ਪਾਲਮਰ ਉੱਪਰ ਉਸ ਦੀ ਰਿਹਾਇਸ਼ ਤੇ ਅੱਧੀ ਰਾਤ ਵੇਲੇ ਲੋਹੇ ਦੇ ਕਿਸੇ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਉਸ ਦੇ ਸਰੀਰ ਦੇ ਉੱਪਰੇ ਹਿੱਸੇ ਉੱਪਰ ਜ਼ਖਮ ਤੋਂ ਲੱਗਦਾ ਹੈ ਕਿ ਵਰਤਿਆ ਗਿਆ ਹਥਿਆਰ ਕੁਹਾੜਾ ਹੋ ਸਕਦਾ ਹੈ। ਪੁਲਿਸ ਮੁਖੀ ਰੋਸ ਮਿਲਿੰਗਰ ਅਨੁਸਾਰ ਜਦੋਂ ਪੁਲਿਸ ਮੌਕੇ ਉੱਪਰ ਪੁੱਜੀ ਤਾਂ ਉਸਨੇ ਸਮਝਿਆ ਕਿ ਉਹ ਮਰ ਚੁੱਕੀ ਹੈ, ਪਰੰਤੂ ਫਿਰ ਛੇਤੀ ਉਸ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਹੀ ਮੁਸ਼ਕਿਲ ਨਾਲ ਥੋੜਾ ਸਾਹ ਲੈ ਰਹੀ ਹੈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ 2 ਸਾਲ ਤੋਂ ਵੱਧ ਸਮਾਂ ਬੇਹੋਸ਼ੀ ਵਿੱਚ ਰਹੀ। ਪੁਲਿਸ ਨੇ ਜਾਂਚ ਪੜਤਾਲ ਵਿੱਚ ਕਈ ਲੋਕਾਂ ਨੂੰ ਸ਼ਾਮਿਲ ਕੀਤਾ, ਪਰ ਕੋਈ ਸਿੱਟਾ ਨਾ ਕੱਢ ਸਕੀ। ਜਦੋਂ ਪੁਲਿਸ ਨੇ ਵਾਂਡਾ ਦੇ ਹੋਸ਼ ਆਉਣ ਤੋਂ ਬਾਅਦ ਪਤਾ ਲਗਾਇਆ ਤਾਂ ਉਹ ਤੁਰੰਤ ਮੌਕੇ ਉੱਪਰ ਪੁੱਜੀ ਤੇ ਪਾਲਮਰ ਦੇ ਬਿਆਨ ਦੇ ਆਧਾਰ ਤੇ ਉਸ ਦੇ ਭਰਾ ਡੈਨੀਅਲ ਨੂੰ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ। 1993 ਦੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਮਾਮਲੇ ਤੇ ਸੁਣਵਾਈ ਦੌਰਾਨ ਅਦਾਲਤ ਨੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਕੋਲ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਾਮਲਾ
ਦਿੱਲੀ ਸੈਂਟੈਂਸ ਰਿਵਿਊ ਬੋਰਡ ਕੋਲ ਵਿਚਾਰ ਅਧੀਨ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਕਿਹਾ ਕਿ ਭੁੱਲਰ ਨੂੰ ਰਿਹਾ ਕੀਤਾ ਜਾਵੇ। ਸਾਨੂੰ ਭੁੱਲਰ ਦੀ ਰਿਹਾਈ ਤੋਂ ਕੋਈ ਪਰੇਸ਼ਾਨੀ ਨਹੀਂ ਹੈ। 2016 ਤੋਂ ਲੈ ਕੇ ਹੁਣ ਤੱਕ ਸਰਕਾਰ 5 ਵਾਰ ਭੁੱਲਰ ਦੀ ਰਿਹਾਈ ਦੀ ਵਕਾਲਤ ਕਰ ਚੁੱਕੀ ਹੈ। ਇਸ ਤੇ ਅਦਾਲਤ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਉਹਨਾਂ ਤੋਂ ਜਵਾਬ ਮੰਗਿਆ। ਜ਼ਿਕਰਯੋਗ ਹੈ ਕਿ ਵਿਸਫੋਟਕ ਸਮੱਗਰੀ ਦੀ ਵਰਤੋਂ ਤੇ ਟਾਂਡਾ ਐਕਟ ਤੋਂ ਇਲਾਵਾ ਹੋਰ ਧਾਰਾ ਤਹਿਤ 11 ਸਤੰਬਰ 1993 ਨੂੰ ਪਾਰਲੀਮੈਂਟਰੀ ਸਟਰੀਟ ਥਾਣਾ ਦਿੱਲੀ ਵਿਖੇ ਦਰਜ ਮਾਮਲੇ ਵਿੱਚ 25 ਅਗਸਤ 2001 ਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਜਿਹੜੀ ਕਿ ਸੁਪਰੀਮ ਕੋਰਟ ਵੱਲੋਂ 31 ਮਾਰਚ 2014 ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਤੱਕ ਕੋਲ ਸਜ਼ਾ ਮਾਫੀ ਲਈ ਪ੍ਰੋਫੈਸਰ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਹੋ ਚੁੱਕੀ ਸੀ, ਪਰ ਬਾਅਦ ਵਿੱਚ ਪ੍ਰੋਫੈਸਰ ਭੁੱਲਰ ਦੀ ਪਤਨੀ ਵੱਲੋਂ ਦਾਖਲ ਅਪੀਲ ਤੇ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ। ਪੰਜਾਬ ਦੀ ਅਣਦੇਖੀ ਨਾਲ ਕਿਸਾਨਾਂ ਦੇ ਜ਼ਖਮ ਮੁੜ ਹਰੇ ਹੋਏ। ਕੇਂਦਰ ਸਰਕਾਰ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ MSP ਅਤੇ ਖੇਤੀ ਮੁੱਦਿਆਂ ਨੂੰ ਲੈ ਕੇ ਬਣਾਈ ਕਮੇਟੀ ਵਿੱਚੋਂ ਪੰਜਾਬ ਨੂੰ ਪੂਰੀ ਤਰ੍ਹਾਂ ਆਊਟ ਕਰ ਦਿੱਤਾ ਹੈ। ਹਾਲਾਂਕਿ ਦੇਸ਼ ਦੇ ਅਨਾਜ ਭੰਡਾਰ ਵਿੱਚ ਪੰਜਾਬ ਦੀ ਪੈਦਾਵਾਰ ਦਾ ਯੋਗਦਾਨ ਹਮੇਸ਼ਾ ਸਿਖਰਾਂ ਤੇ ਰਿਹਾ ਹੈ। ਖੇਤੀ ਪ੍ਰਧਾਨ ਸੂਬੇ ਵਜੋਂ ਜਾਣੇ ਜਾਂਦੇ ਪੰਜਾਬ ਦੀ ਕੇਂਦਰੀ ਕਮੇਟੀ ਵਿੱਚ ਅਣਦੇਖੀ ਨੇ ਕਿਸਾਨਾਂ ਦੇ ਜ਼ਖਮ ਮੁੜ ਹਰੇ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਕਰੀਬ 8 ਮਹੀਨੇ ਪਹਿਲਾਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਮੌਕੇ MSP ਦੇ ਮੁੱਦੇ ਤੇ ਕਮੇਟੀ ਕਾਇਮ ਕਰਨ ਦਾ ਵਾਅਦਾ ਕੀਤਾ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਰੀਬ 29 ਮੈਂਬਰੀ ਕਮੇਟੀ ਸਮੇਤ ਚੇਅਰਮੈਨ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਪੰਜਾਬ ਨੂੰ ਹਰੀ ਕ੍ਰਾਂਤੀ ਦੀ ਜਨਮ ਭੂਮੀ ਹੋਣ ਦਾ ਮਾਣ ਹੈ ਅਤੇ ਪੰਜਾਬ ਦੀ ਵਡਿਆਈ ਦੇਸ਼ ਦੇ ਅੰਨ ਭੰਡਾਰ ਵਜੋਂ ਵੀ ਹੁੰਦੀ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲੇ ਕਿਸਾਨ ਕੋਲ ਵਿੱਚ ਪੰਜਾਬ ਮੋਹਰੀ ਰਿਹਾ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ ਦਾ ਮੁੱਖ ਸੰਬੰਧ ਵੀ ਪੰਜਾਬ ਨਾਲ ਜੁੜਿਆ ਹੋਇਆ ਹੈ। ਕੇਂਦਰੀ ਕਮੇਟੀ ਵਿੱਚ ਖੇਤੀ ਯੂਨੀਵਰਸਿਟੀਆਂ ਅਤੇ ਅਦਾਰਿਆਂ ਦੇ 3 ਸੀਨੀਅਰ ਮੈਂਬਰ ਸ਼ਾਮਿਲ ਕੀਤੇ ਗਏ ਹਨ, ਜਦੋਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਲੁਧਿਆਣਾ ਨੂੰ ਲਾਂਭੇ ਰੱਖਿਆ ਗਿਆ ਹੈ। ਦੇਸ਼ ਦੀ ਇਹ ਪੁਰਾਣੀ ਖੇਤੀ ਯੂਨੀਵਰਸਿਟੀ ਹੈ। ਕਮੇਟੀ ਵਿੱਚ ਜੰਮੂ ਅਤੇ ਜਬਲਪੁਰ ਦੀ ਖੇਤੀ ਯੂਨੀਵਰਸਿਟੀ ਦੇ ਸੀਨੀਅਰ ਮੈਂਬਰਾਂ ਨੂੰ ਜਗ੍ਹਾ ਦਿੱਤੀ ਗਈ ਹੈ। ਕਮੇਟੀ ਵਿੱਚ 2 ਖੇਤੀ ਮਾਹਿਰ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਕਿਸੇ ਵੀ ਖੇਤੀ ਮਾਹਿਰ ਨੂੰ ਥਾਂ ਨਹੀਂ ਦਿੱਤੀ ਗਈ। ਕਮੇਟੀ ਵਿੱਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ, ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਨੂੰ ਵੀ ਸ਼ਾਮਿਲ ਨਹੀਂ ਕੀਤਾ ਗਿਆ, ਜਦੋਂ ਕਿ ਕਰਨਾਟਕਾ, ਆਂਧਰਾ ਪ੍ਰਦੇਸ਼, ਸਿੱਕਮ ਅਤੇ ਉੜੀਸਾ ਸਰਕਾਰ ਦੇ ਨੁਮਾਇੰਦੇ ਸ਼ਾਮਿਲ ਕੀਤੇ ਗਏ ਹਨ। ਖੇਤੀ ਕਾਨੂੰਨਾਂ ਖਿਲਾਫ ਚੱਲੇ ਕਿਸਾਨ ਕੋਲ ਵਿੱਚ ਸਭ ਤੋਂ ਵੱਧ ਕਿਸਾਨ ਪੰਜਾਬ ਦੇ ਸ਼ਹੀਦ ਹੋਏ ਸਨ। ਕਿਸਾਨੀ ਕਰਜ਼ੇ ਦੀ ਜਕੜ ਵੀ ਪੰਜਾਬ ਦੇ ਜ਼ਿਆਦਾ ਹੈ। ਖੁਦਕੁਸ਼ੀਆਂ ਦਾ ਰੁਝਾਨ ਅਜੇ ਤੱਕ ਨਹੀਂ ਰੁਕ ਸਕਿਆ। ਕੇਂਦਰੀ ਕਮੇਟੀ ਵਿੱਚ ਜੋ ਕਿਸਾਨ ਪ੍ਰਤੀਨਿਧ ਸ਼ਾਮਿਲ ਕੀਤੇ ਗਏ ਹਨ, ਉਹਨਾਂ ਵਿੱਚ ਦੂਸਰੇ ਸੂਬਿਆਂ ਦੇ ਕਿਸਾਨਾਂ ਦੀ ਸ਼ਮੂਲੀਅਤ ਕੀਤੀ ਗਈ ਹੈ, ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਦੇ 3 ਮੈਂਬਰਾਂ ਲਈ ਥਾਂ ਖਾਲੀ ਛੱਡੀ ਗਈ ਹੈ। ਪੰਜਾਬ ਖੇਤੀ ਯੂਨੀਵਰਸਿਟੀ ਦੇ ਡਾਕਟਰ ਸੁਖਪਾਲ ਸਿੰਘ ਨੇ ਕਿਹਾ ਕਿ ਨਵੀਂ ਬਣਾਈ ਕੇਂਦਰੀ ਕਮੇਟੀ ਤਾਂ ਆਪਣੇ ਮੂਲ ਮਕਸਦ ਤੋਂ ਹੀ ਭਟਕ ਗਈ ਹੈ। ਉਹਨਾਂ ਕਿਹਾ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਦੇਣ ਦੇ ਮਕਸਦ ਨਾਲ ਕਮੇਟੀ ਬਣਾਈ ਜਾਣੀ ਚਾਹੀਦੀ ਸੀ, ਪਰ ਕਾਨੂੰਨੀ ਰੂਪ ਬਾਰੇ ਕਿਧਰੇ ਕੋਈ ਜ਼ਿਕਰ ਵੀ ਨਹੀਂ ਹੈ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਕੁਦਰਤੀ ਖੇਤੀ ਅਤੇ ਖੇਤੀ ਵਿਭਿੰਨਤਾ ਨੂੰ ਵੀ ਕਮੇਟੀ ਦਾ ਵਿਸ਼ਾ ਵਸਤੂ ਦੱਸਿਆ। ਪੰਜਾਬ ਕਣਕ ਝੋਨੇ ਦੇ ਫਸਲੀ ਗੇੜ ਵਿੱਚ ਪੂਰੀ ਤਰ੍ਹਾਂ ਝੰਬਿਆ ਗਿਆ। ਖੇਤੀ ਅਤੇ ਇਨਸਾਨੀ ਜ਼ਿੰਦਗੀ ਨੂੰ ਦਾਅ ਤੇ ਲਾ ਕੇ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਭਰੇ ਹਨ। ਕੇਂਦਰੀ ਕਮੇਟੀ ਵਿੱਚ ਹੁਣ ਇਨ੍ਹਾਂ ਪੱਖਾਂ ਦੀ ਚਰਚਾ ਸਮੇਂ ਪੰਜਾਬ ਦਾ ਢੁਕਵਾਂ ਪੱਖ ਕੌਣ ਲਵੇਗਾ, ਇਹ ਨਵੇਂ ਸਵਾਲ ਉੱਠਣ ਲੱਗ ਪਏ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਦਸੰਬਰ 2021 ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਲਈ ਇੱਕ ਕਮੇਟੀ ਦਾ ਗਠਨ ਕਰਨ ਦਾ ਵਾਅਦਾ ਕੀਤਾ ਸੀ। ਨਰਿੰਦਰ ਤੋਮਰ ਨੇ ਇਹ ਗੱਲ ਲੋਕ ਸਭਾ ਵਿੱਚ ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ। ਮੈਂਬਰਾਂ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਦਸੰਬਰ 2021 ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਸੀ। ਇਸ ਤੇ ਤੋਮਰ ਨੇ ਕਿਹਾ, ਜੀ ਨਹੀਂ। ਹਾਲਾਂਕਿ ਤੋਮਰ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਨੂੰ ਹੋਰ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ, ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਸਲੀ ਪੈਟਰਨ ਨੂੰ ਬਦਲਣ ਲਈ ਇੱਕ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਸੀ। ਉਹਨਾਂ ਕਿਹਾ
ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਕਿਸਾਨ, ਕੇਂਦਰ ਸਰਕਾਰ, ਸੂਬਾ ਸਰਕਾਰਾਂ, ਖੇਤੀਬਾੜੀ ਅਰਥ ਸ਼ਾਸਤਰੀ, ਵਿਗਿਆਨੀ ਆਦਿ ਸ਼ਾਮਿਲ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਸੰਬੰਧਿਤ ਕੇਂਦਰੀ ਮੰਤਰਾਲਿਆਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ CACP ਦੀਆਂ ਸਿਫਾਰਸ਼ਾਂ ਦੇ ਆਧਾਰ ਤੇ 22 ਲਾਜ਼ਮੀ ਖੇਤੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਗੰਨੇ ਦੇ ਉਚਿਤ ਅਤੇ ਲਾਹੇਵੰਦ ਭਾਅ ਤੈਅ ਕਰਨ ਲਈ ਕਰੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪਾਅ ਸੁਝਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਕਮੇਟੀ ਦੇ ਚੇਅਰਮੈਨ ਹੋਣਗੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਇਸ ਕਮੇਟੀ ਨੂੰ ਰੱਦ ਕਰ ਦਿੱਤਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।